ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਉਰ ਵਿਚਾਰ ਕਰ ਇਹ ਵਿਦ ਮਾਤਾ ਤਜਿਓ ਅੰਕ ਤੇ ਹਿਤ ਕਰਤਾਤਾ। ਜੁਗੋ ਜੁਗ ਅਟਲ ਚਬਰ ਸਬਰ ਤਖਤ ਦੇ ਮਾਲਕ ਗੁਰ ਤਗਤੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੈ, ਸਤਿਗੁਰਾਂ ਜੀ ਦੀ ਅਪਾਰ ਰਹਿਮਤ ਹੋਈ ਹੈ ਜੋ ਅਸੀਂ ਰੋਜ਼ਾਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਸਮਾਂ ਕੱਢ ਕੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜਮਿਲ ਬੈਠ ਕੇ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕਰਦੇ ਹਾਂ। ਆਪ ਜੀ ਨੇ ਬੜੇ ਹੀ ਸਤਿਕਾਰ ਦੇ ਨਾਲ ਗੁਰੂ ਪਿਆਰਿਆਂ ਪਾਸੋਂ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਜਿਸ ਦੇ ਵਿੱਚੋਂ ਅਸੀਂ
ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਪੂਰਵ ਰਾਤ ਦੇ ਅਧਿਆਏ 5ਵੇਂ ਦੀ ਕਥਾ ਦਾ ਪ੍ਰਸੰਗ ਜੋ ਅਸੀਂ ਪਿਛਲੇ ਕੁਝ ਦੀਵਾਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਜਿਸ ਪ੍ਰਸੰਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਲੀਲਾ ਦੇ ਕੋਤਕ ਉਸ ਦਾ ਜ਼ਿਕਰ ਕੀਤਾ ਗਿਆ ਹੈ। ਪਿਛਲੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਘਰ ਦੇ ਵਿੱਚੋਂ ਕੀਮਤੀ ਵਸਤੂਆਂ ਲੈ ਕੇ, ਵਸਤਰ ਲੈ ਕੇ, ਭਾਂਡੇ ਲੈ ਕੇ ਜਾਂ ਗਹਿਣੇ ਲੈ ਕੇ ਚਲੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਜਦੋਂ ਕਿਤੇ ਵੀ ਕੋਈ ਗਰੀਬ ਮਿਲਦਾ ਜਾਂ ਜਿੱਥੇ ਵੀ ਗਰੀਬਾਂ ਦਾ ਰਹਿਣ ਬਸੇਰਾ ਹੈ ਉਹ ਉਸ ਅਸਥਾਨ ਦੇ ਉੱਤੇ ਜਾ ਕੇ ਉਹ ਵਸਤੂਆਂ ਨੂੰ ਸੁੱਟ ਕੇ ਖਾਲੀ ਹੱਥ ਘਰ ਵਾਪਸ ਆ ਜਾਂਦੇ ਨੇ। ਤੇ ਇਸ ਗੱਲ ਨੂੰ ਦੇਖਦਿਆਂ, ਇਹ ਕਾਰਜ ਦੇਖਦਿਆਂ ਮਾਤਾ ਤ੍ਰਿਪਤਾ ਜੀ ਦੇ ਮਨ ਦੇ ਵਿੱਚ ਗੁੱਸਾ ਆਉਂਦਾ ਹੈ ਤੇ ਆਪਣੇ ਬਾਲਕ ਨੂੰ ਡਰਾਉਣ ਦੇ ਲਈ ਹੱਥ ਦੇ ਵਿੱਚ ਸੋਟੀ ਲੈ ਕੇ ਬਾਲਕ ਨੂੰ ਡਰਾਉਣਾ ਸ਼ੁਰੂ ਕਰ ਦਿੰਦੇ ਨੇ। ਤੇ ਇੰਨੇ ਨੂੰ ਹੀ ਭਾਈ ਲਾਲੂ ਜੀ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਨੇ ਉਹ ਆ ਕੇ ਆਪਣੇ ਭਤੀਜੇ ਨੂੰ ਬਚਾਉਣਾ ਕਰਦੇ ਨੇ ਤੇ ਮਾਤਾ ਜੀ ਦੇ ਕੋਲੋਂ ਗੁੱਸੇ ਹੋਣ ਦਾ ਕਾਰਨ ਪੁੱਛਦੇ ਨੇ। ਤੇ ਮਾਤਾ ਜੀ ਭਾਈ ਲਾਲੂ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਇਹਨਾਂ ਦਾ ਰੋਜ਼ ਦਾ ਕੰਮ ਇਹੋ ਜਿਹਾ ਹੋ ਗਿਆ ਕਿ ਘਰ ਦੇ ਵਿੱਚੋਂ ਜ਼ਰੂਰੀ ਵਸਤੂਆਂ ਲੈ ਕੇ ਚਲੇ ਜਾਂਦੇ ਨੇ ਤੇ ਕੋਈ ਵੀ ਵਸਤੂ ਵਾਪਸ ਘਰ ਨਹੀਂ ਲੈ ਕੇ ਆਉਂਦੇ ਤੇ ਸਗੋਂ ਰਸਤੇ ਦੇ ਵਿੱਚ ਹੀ ਸੁੱਟ ਕੇ ਆ ਜਾਂਦੇ ਨੇ। ਤੇ ਬਾਅਦ ਦੇ ਵਿੱਚ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ, ਦੁਲਾਰ ਦੇ ਨਾਲ ਆਪਣੇ ਬਾਲਕ ਨੂੰ ਪੁਚਕਾਰਿਆ, ਦੁਲਾਰਿਆ ਤੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਪਿਆਰ ਬਖਸ਼ਿਸ਼ ਕਰਦੇ ਹੋਏ ਆਪਣੇ ਮਨ ਦੇ ਵਿੱਚ ਸੋਚਦੇ ਨੇ ਕਿ ਇਹ ਜਿਹੜਾ ਮੇਰਾ ਰਵੱਈਆ ਸੀ ਕਠੋਰਪੁਣੇ ਵਾਲਾ, ਇਹ ਰਵੱਈਆ ਗਲਤ ਸੀ ਕਿਉਂਕਿ ਬਾਲ ਉਮਰ ਹੈ 5 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਕੋਈ ਸੋਝੀ ਨਹੀਂ। ਤੇ ਮਾਤਾ ਤ੍ਰਿਪਤਾ ਜੀ ਨਾਲ ਹੀ ਬੇਨਤੀ ਕਰਦੇ ਨੇ, ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ ਕਿ ਹੁਣ ਇਸ ਬਾਲਕ ਨੂੰ ਕੁਝ ਨਹੀਂ ਕਹਾਂਗੀ, ਸਮਾਂ ਆਵੇਗਾ ਜਦੋਂ ਇਹ ਹੌਲੀ ਹੌਲੀ ਇਸ ਦੀ ਬੁੱਧੀ ਦਾ ਵਿਕਾਸ ਹੋਵੇਗਾ, ਉਮਰ ਦੇ ਵਿੱਚ ਵਡੇਰਾਪਨ ਆਵੇਗਾ ਤਾਂ ਆਪਣੇ ਆਪ ਹੀ ਇਹਨਾਂ ਨੂੰ ਸਮਝ ਆ ਜਾਵੇਗੀ। ਕੱਲ ਤੱਕ ਦੇ ਦੀਵਾਨਾਂ ਦੇ ਵਿੱਚ ਅਸੀਂ ਇਹ ਪ੍ਰਸੰਗ ਸਰਵਣ ਕੀਤਾ ਹੈ। ਸੋ ਆਓ ਅਗਲੇਰਾ ਜੋ ਪ੍ਰਸੰਗ ਹੈ, ਜੋ ਬਾਲ ਲੀਲਾ ਦੇ ਪ੍ਰਸੰਗ ਦੇ ਸਿਰਲੇਖ ਦੇ ਹੇਠ ਦਰਜ ਹੈ, ਉਹ ਅਗਲੇਰੇ ਪ੍ਰਸੰਗ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਵਿਚਾਰ ਕਰ ਇਹ ਬਿਦ ਮਾਤਾ, ਤਜਿਓ ਅੰਕ ਤੇ ਹਿਤ ਕਰ ਤਾਤਾ। ਕਹਿੰਦੇ ਮਾਤਾ ਜੀ ਨੇ ਇਸ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਵਿੱਚ ਵਿਚਾਰ ਕਰਕੇ, ਪੁੱਤਰ ਨੂੰ ਪਿਆਰ ਕਰਕੇ, ਤਾਤਾ ਦਾ ਭਾਵ ਹੁੰਦਾ ਪੁੱਤਰ, ਅੰਕ ਦਾ ਭਾਵ ਹੈ ਗੋਦੀ, ਤੇ ਪੁੱਤਰ ਨੂੰ ਪਿਆਰ ਕਰਕੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ। ਖੇਲਣ ਲੱਗੇ ਬਾਲਕਨ ਮਾਹੀ, ਜਿਹ ਕੇ ਦਰਸ਼ਨ ਦੋਖ ਨ ਸਾਹੀ। ਤੇ ਕਹਿੰਦੇ ਬਾਲਾ ਪ੍ਰੀਤਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਜਿੱਥੇ ਮਾਤਾ ਜੀ ਦੇ ਕੋਲੋਂ ਗੋਦੀ ਦੇ ਵਿੱਚ ਬੈਠ ਕੇ ਪਿਆਰ ਪ੍ਰਾਪਤ ਕਰਦੇ ਨੇ ਤੇ ਬਾਅਦ ਦੇ ਵਿੱਚ ਨਾਲ ਹੀ ਨਾਲ ਕਹਿੰਦੇ ਬਾਲਾਂ ਦੇ ਨਾਲ, ਬਾਲਕਾਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੀ ਕਾਇਨਾਤ, ਸਾਰੇ ਨਗਰ ਨਿਵਾਸੀ ਆਪਣੇ ਦੁੱਖਾਂ ਦਾ ਖਾਤਮਾ ਸਮਝਦੇ ਨੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖਾਂ ਦਾ ਨਾਸ਼ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੰਦੇ ਨੇ। ਦੋਹਰਾ ਕਾਲੂ ਲਛਣ ਦੇਖਿਆਸ, ਦੇਵਗ ਵਾਕ ਪਰ ਸੰਭਾਰ। ਗਿਣਤ ਗਟੀ ਉਰ ਅਟਪਟੀ, ਤੇ ਕੇ ਗਇਓ ਅਗਾਰ। ਕਹਿੰਦੇ ਜਦੋਂ ਮਹਿਤਾ ਕਾਲੂ ਦਾਸ ਜੀ ਨੂੰ ਆਪਣੇ ਪੁੱਤਰ ਦੇ ਬਾਬਤ ਇਹ ਸਾਰੀਆਂ ਘਟਨਾਵਾਂ ਦੇਖਦੇ ਨੇ ਨਾ ਕਿ ਕਿਸ ਤਰ੍ਹਾਂ ਘਰ ਦੇ ਵਿੱਚੋਂ ਵਸਤੂਆਂ ਲੈ ਕੇ ਬਾਹਰ ਜਾ ਕੇ ਛੱਡ ਆਉਂਦੇ ਨੇ, ਕਿਉਂਕਿ ਪੰਡਿਤ ਹਰਦਿਆਲ ਜੀ ਨੇ ਤਾਂ ਉਹਨਾਂ ਨੂੰ ਕੁਝ ਹੋਰ ਹੀ ਕਹਿ ਦਿੱਤਾ ਸੀ। ਪੰਡਿਤ ਹਰਦਿਆਲ ਜੀ ਆਖਦੇ ਸਨ ਕਿ ਤੁਹਾਡੇ ਬੱਚੇ ਦੇ ਵਿੱਚ, ਜਿਹੜੇ ਆਮ ਇਨਸਾਨ ਦੇ ਵਿੱਚ ਜਿਹੜਾ ਇਨਸਾਨ ਚੰਗਾ ਮਨੁੱਖ ਹੁੰਦਾ ਹੈ,
ਉਸ ਦੇ ਵਿੱਚ 32 ਲੱਛਣ ਹੁੰਦੇ ਨੇ। ਦਇਆਲੂ ਹੁੰਦਾ ਹੈ, ਮਾਤਾ ਪਿਤਾ ਦਾ ਆਗਿਆਕਾਰੀ ਹੁੰਦਾ ਹੈ, ਜਪੀ ਹੁੰਦਾ, ਤਪੀ ਹੁੰਦਾ, ਹਠੀ ਹੁੰਦਾ ਹੈ। ਮਹਿਤਾ ਕਾਲੂ ਦਾਸ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ, ਅਜਿਹੇ ਲੱਛਣ ਦੇਖਦੇ ਨੇ, ਤੇ ਇਸ ਤਰ੍ਹਾਂ ਉਹਨਾਂ ਨੂੰ ਜਿਹੜੇ ਜੋਤਸ਼ੀ ਸੀ ਪੰਡਿਤ ਹਰਦਿਆਲ ਜੀ, ਉਹਨਾਂ ਦੀ ਗੱਲ ਚੇਤੇ ਆ ਜਾਂਦੀ ਤੇ ਆਪਣੇ ਮਨ ਦੇ ਵਿੱਚ ਉਲਟੀਆਂ ਪੁਲਟੀਆਂ ਗਿਣਤੀਆਂ ਗਣਦਾ ਸੀ ਜਿਹੜਾ ਜੋਤਸ਼ੀ, ਜਿਹੜੇ ਕਹਿੰਦੇ ਸੀ ਵੀ ਤੁਹਾਡਾ ਪੁੱਤਰ ਬਹੁਤ ਲਾਇਕ ਪੁੱਤਰ ਹੈ, ਇਸ ਨੂੰ ਅਵਤਾਰ ਕਣ ਕੇ ਜਾਣੋ। ਜਦੋਂ ਮਹਿਤਾ ਕਾਲੂ ਦਾਸ ਜੀ ਨੇ ਆਪਣੇ ਪੁੱਤਰ ਦਾ ਇਹ ਰਵੱਈਆ ਦੇਖਿਆ ਕਿ ਘਰ ਦੀਆਂ ਵਸਤੂਆਂ ਬਾਹਰ ਸਿੱਟ ਕੇ ਆ ਜਾਂਦਾ ਹੈ, ਤਾਂ ਮਹਿਤਾ ਕਾਲੂ ਦਾਸ ਜੀ ਪੰਡਿਤ ਹਰਦਿਆਲ ਜੀ ਦੇ ਘਰ ਦੇ ਵੱਲ ਨੂੰ ਚਾਲੇ ਪਾ ਦਿੰਦੇ ਨੇ। ਚੋਪਈ ਦਿਜ ਕੋ ਦੇਖ ਬਦਨ ਤੇ ਬੋਲਿਓ, ਭਲੋ ਆਪ ਨਹਿ ਜੋਤਿਸ਼ ਟੋਲਿਓ। ਜਦੋਂ ਮਹਿਤਾ ਕਾਲੂ ਦਾਸ ਜੀ ਪੰਡਿਤ ਹਰਦਿਆਲ ਦੇ ਬ੍ਰਾਹਮਣ ਦੇ ਘਰ ਪਹੁੰਚਦੇ ਨੇ ਨਾ, ਤਾਂ ਜਾ ਕੇ ਜਦੋਂ ਬ੍ਰਾਹਮਣ ਨੂੰ ਦੇਖਦੇ ਨੇ, ਪੰਡਿਤ ਨੂੰ ਮਿਲਦੇ ਨੇ, ਤਾਂ ਆਖਦੇ ਨੇ ਵੀ ਤੁਸੀਂ ਚੰਗੀ ਜੋਤਿਸ਼ ਲਾਈ, ਤੁਸੀਂ ਚੰਗੀ ਜੋਤਿਸ਼ ਵਿਦਿਆ ਦਾ ਸਾਨੂੰ ਪਾਠ ਪੜ੍ਹਾਇਆ, ਵੀ ਤੁਹਾਡੇ ਬੱਚੇ ਦੇ ਵਿੱਚ ਬਹੁਤ ਚੰਗੇ ਗੁਣ ਨੇ, ਕੋਈ ਅਵਤਾਰ ਹੈ, ਇਸ ਨੂੰ ਅਵਤਾਰ ਜਾਣੋ। ਪਰ ਇਸ ਦੇ ਵਿੱਚ ਉਹਨਾਂ ਗੁਣਾਂ ਦੇ ਵਿੱਚੋਂ ਇੱਕ ਵੀ ਗੁਣ ਸਾਨੂੰ ਦਿਖਾਈ ਨਹੀਂ ਦੇ ਰਿਹਾ। ਤੁਹਾਡੀ ਜਿਹੜੀ ਜੋਤਿਸ਼ ਵਿਦਿਆ ਸੀ, ਤੁਸੀਂ ਆਪਣੇ ਵੱਲੋਂ ਕਹਿੰਦੇ ਸੀ ਵੀ ਮੈਂ ਪੂਰੀ ਜਾਂਚ ਪੜਤਾਲ ਕਰਕੇ ਚੰਗੇ ਤਰੀਕੇ ਦੇ ਨਾਲ ਪਹਿਚਾਣ ਕਰ ਲਈ ਹੈ ਵੀ ਤੁਹਾਡਾ ਬਾਲਕ ਬਹੁਤ ਚੰਗਾ ਬਾਲਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਸ਼ੋਭਾ ਹੋਵੇਗੀ। ਪਰ ਹਜੇ ਤੱਕ ਇਹੋ ਜਿਹਾ ਕੋਈ ਵੀ ਗੁਣ ਸਾਨੂੰ ਇਸ ਦੇ ਵਿੱਚ ਨਜ਼ਰ ਨਹੀਂ ਆਇਆ। ਇਹ ਗੁਣਹੀਨ ਹੈ, ਇਸ ਦੇ ਵਿੱਚ ਇਹੋ ਜਿਹਾ ਕੋਈ ਵੀ ਗੁਣ ਨਹੀਂ ਜਿਹੜਾ ਸਾਨੂੰ ਤੁਸੀਂ ਆਪਣੀ ਜੋਤਿਸ਼ ਵਿਦਿਆ ਲਾ ਕੇ ਦੱਸਿਆ ਸੀ। ਤੁਮਰੋ ਕਹਿਓ ਨਾ ਪੁਰ ਭਾਏ ਕੋ, ਵਰਣਨ ਕੀਨੇ ਗੁਣ ਜੋ ਅਨੇਕੋ। ਕਹਿੰਦੇ ਵੀ ਤੁਹਾਡੀ ਕਹੀ ਹੋਈ ਗੱਲ ਜੋ ਤੁਸੀਂ ਸਾਨੂੰ ਸਮਝਾਉਂਦੇ ਸੀ, ਉਸ ਗੱਲ ਦੇ ਮੁਤਾਬਿਕ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਇੱਕ ਵਿਚਾਰ ਨਹੀਂ ਹੈ, ਇੱਕ ਵੀ ਵਿਚਾਰ ਇਹਨਾਂ ਦੇ ਜੀਵਨ ਦੇ ਵਿੱਚ ਨਹੀਂ ਹੈ। ਤੁਸੀਂ ਤਾਂ ਮੇਰੇ ਪੁੱਤਰ ਦੇ ਕਹਿੰਦੇ ਅਨੇਕਾਂ ਗੁਣਾਂ ਦਾ ਵਰਣਨ ਕਰਦੇ ਸੀ, ਪਰ ਇਹ ਤਾਂ ਪੁੱਤਰ ਸਾਡੇ ਦੇ ਵਿੱਚ ਕੋਈ ਵੀ ਉਹੋ ਜਿਹਾ ਗੁਣ ਨਹੀਂ ਦਿਸਿਆ। ਤੇ ਕੇ ਲੱਛਣ ਤੇ ਮੈਂ ਜਾਣੀ, ਧਨ ਹਾਨੀ ਹੋਏ ਮਨ ਅਨੁਮਾਨੀ। ਕਹਿੰਦੇ ਵੀ ਜਿਸ ਤਰ੍ਹਾਂ ਹਜੇ ਤਾਂ ਬਚਪਨਾ ਹੈ ਨਾ, 5-6 ਸਾਲ ਦੀ ਉਮਰ ਦੇ ਵਿੱਚ ਉਹ ਘਰ ਦੇ ਗਹਿਣੇ ਲੈ ਕੇ, ਘਰ ਦੇ ਬਸਤਰ ਲੈ ਕੇ, ਭਾਂਡੇ ਲੈ ਕੇ ਬਾਹਰ ਸੁੱਟ ਆਉਂਦੇ ਨੇ। ਇਹੋ ਜਿਹੇ ਲੱਛਣਾਂ ਤੋਂ ਮਹਿਤਾ ਕਾਲੂ ਦਾਸ ਜੀ ਕਹਿੰਦੇ ਵੀ ਮੈਂ ਅਨੁਮਾਨ ਲਗਾ ਲਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਧਨ ਹਾਨੀ, ਮੈਂ ਮਨ ਦੇ ਵਿੱਚ ਅਨੁਮਾਨ ਲਗਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਧਨ ਦੀ ਬਹੁਤ ਹਾਨੀ ਹੋਵੇਗੀ, ਸਾਨੂੰ ਬਹੁਤ ਆਰਥਿਕ ਤੌਰ ਦੇ ਉੱਤੇ ਸਾਡੇ ਘਰ ਦੇ ਵਿੱਚ ਮੰਦੀ ਆਵੇਗੀ, ਸਾਨੂੰ ਬਹੁਤ ਨੁਕਸਾਨ ਝੱਲਣਾ ਪਵੇਗਾ। ਕਹਿੰਦੇ ਵੀ ਇਹ ਮੈਂ ਆਪਣੇ ਮਨ ਦੇ ਵਿੱਚ ਅਨੁਮਾਨ ਲਗਾਈ ਬੈਠਾ ਹਾਂ। ਭਲੋ ਛਤਰ ਮੁਝ ਧਾਮ ਫੇਰਾਇਓ, ਅਗਲੀ ਦਿਨੀ ਬਸਤ ਗਵਾਇਓ। ਜਦੋਂ ਪੰਡਿਤ ਹਰਦਿਆਲ ਜੀ ਨੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਵੇਲੇ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਜ਼ਾਹਰ ਕੀਤੀ ਸੀ ਵੀ ਮੈਂ ਇਸ ਬਾਲਕ ਦੇ ਦਰਸ਼ਨ ਕਰਨੇ ਚਾਹੁੰਦਾ ਨਾ, ਤਾਂ ਪੰਡਿਤ ਹਰਦਿਆਲ ਜੀ ਨੇ ਬੇਨਤੀ ਕੀਤੀ ਸੀ ਮਹਿਤਾ ਕਾਲੂ ਦਾਸ ਜੀ ਨੂੰ। ਅਸੀਂ ਪਿੱਛੇ ਪ੍ਰਸੰਗ ਸਰਵਣ ਕਰਕੇ ਆਏ ਹਾਂ ਕਿ ਪੰਡਿਤ ਹਰਦਿਆਲ ਮਹਿਤਾ ਕਾਲੂ ਦਾਸ ਜੀ ਨੂੰ ਕਹਿੰਦਾ ਹੈ ਕਿ ਕਾਲੂ ਜੀ, ਇਹ ਜੋ ਤੁਹਾਡਾ ਪੁੱਤਰ ਹੈ ਨਾ, ਇਸ ਦੇ ਸੀਸ ਦੇ ਉੱਤੇ ਛਤਰ ਝੁੱਲਿਆ ਕਰਨਗੇ। ਤਾਂ ਹੁਣ ਮਹਿਤਾ ਕਾਲੂ ਦਾਸ ਜੀ ਪੰਡਿਤ ਹਰਦਿਆਲ ਨੂੰ ਆਖਦੇ ਨੇ ਕਿ ਭਲੋ ਛਤਰ ਮੁਝ ਧਾਮ ਫਿਰਾਇਓ, ਵੀ ਤੁਸੀਂ ਤਾਂ ਚੰਗਾ ਛਤਰ ਮੇਰੇ ਘਰ ਦੇ ਉੱਤੇ ਝੁਲਾ ਦਿੱਤਾ, ਵੀ ਇਹ ਤਾਂ ਜਿਹੜੀਆਂ ਘਰ ਦੀਆਂ ਕੀਮਤੀਆਂ ਵਸਤੂਆਂ ਸੀ ਇਹ ਵੀ ਬਾਹਰ ਸੁੱਟ ਕੇ ਆ ਜਾਂਦਾ। ਤੁਸੀਂ ਤਾਂ ਕਹਿੰਦੇ ਸੀ ਇਸ ਦੀ ਜੈ ਜੈਕਾਰ ਹੋਵੇਗੀ, ਤੇ ਪਰ ਇਸ ਨੇ ਸਾਡੀਆਂ ਜਿਹੜੀਆਂ ਘਰ ਦੀਆਂ ਪਹਿਲੀਆਂ ਵਸਤੂਆਂ ਸੀ ਨਾ, ਉਹ ਵੀ ਗਵਾਈ ਜਾਂਦਾ। ਇਸ ਨੇ ਸਾਨੂੰ ਸ਼ੋਭਾ ਤਾਂ ਕੀ ਖੱਟ ਕੇ ਦੇਣੀ ਸੀ, ਸਗੋਂ ਸਾਡੇ ਘਰ ਦਾ ਨੁਕਸਾਨ ਕਰ ਰਿਹਾ ਹੈ। ਜੋ ਲੇਵੇ ਸੋ ਜਾਏ ਗਵਾਵੇ, ਬੂਝੇ ਜਿਹੇ ਨ ਕਛੂ ਬਤਾਵੇ। ਕਹਿੰਦੇ ਵੀ ਜਿਹੜੀ ਚੀਜ਼ ਇਹਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਨਾ, ਜਿਹੜੀ ਵੀ ਚੀਜ਼ ਹੱਥ ਦੇ ਵਿੱਚ ਲੈ ਕੇ ਘਰੋਂ ਬਾਹਰ ਚਲੇ ਜਾਂਦੇ ਨੇ, ਕੋਈ ਵੀ ਚੀਜ਼ ਅੱਜ ਤੱਕ ਵਾਪਸ ਲੈ ਕੇ ਨਹੀਂ ਆਏ। ਸਾਰੀਆਂ ਚੀਜ਼ਾਂ ਇਹਨਾਂ ਨੇ ਗਵਾ ਦਿੱਤੀਆਂ। ਇਹੋ ਜਿਹੇ ਗੁਣ ਤੁਸੀਂ ਕਦੋਂ ਸਾਨੂੰ ਦੱਸੇ ਸੀ? ਤੁਸੀਂ ਤਾਂ ਆਖਿਆ ਸੀ ਵੀ ਮਾਤਾ ਪਿਤਾ ਦਾ ਆਗਿਆਕਾਰੀ ਹੋਵੇਗਾ, ਵੀ ਘਰ ਦੇ ਵਿੱਚ ਵੀ ਬਾਹਰ ਦੇ ਵਿੱਚ ਵੀ ਇਹਨਾਂ ਦੀ ਜੈ ਜੈਕਾਰ ਹੋਵੇਗੀ, ਸਾਰੀ ਪ੍ਰਸ਼ੰਸਾ ਕਰਨਗੇ। ਪਰ ਤੁਹਾਡੇ ਦੱਸੇ ਹੋਏ ਜੋਤਿਸ਼ ਦੇ ਅਨੁਸਾਰ ਇਹ ਜੋਤਿਸ਼ ਵਿਦਿਆ ਸਾਰੀ ਫੇਲ ਹੋ ਗਈ।
ਆਮ ਤੌਰ ਦੇ ਉੱਤੇ ਅੱਜ ਵੀ ਅਸੀਂ ਨਾ ਜਦੋਂ ਕਿਤੇ ਦੇਖਦੇ ਹਾਂ ਵੀ ਜਿਹੜੇ ਇਹੋ ਜਿਹੇ ਚੱਕਰਾਂ ਦੇ ਵਿੱਚ ਪਏ ਹੋਏ ਨੇ ਜਾਂ ਪੰਡਿਤਾਂ ਦੇ ਕੋਲ ਜਾ ਕੇ ਜੋਤਿਸ਼ ਵਿੱਦਿਆ ਲਗਵਾਉਂਦੇ ਨੇ, ਪਹਿਲਾਂ ਤਾਂ ਉਹ ਬੰਦੇ ਦਾ ਹਾਵ ਭਾਵ ਦੇਖ ਕੇ ਵੀ ਕਿੱਥੋਂ ਤੱਕ ਇਹ ਮਾਰ ਝੱਲ ਸਕਦਾ, ਉੱਥੋਂ ਤੱਕ ਨੂੰ ਉਪਾਅ ਕਰਨ ਦਾ ਦੱਸਦੇ ਨੇ। ਜਦੋਂ ਕਿਤੇ ਫਿਰ ਵੀ ਉਹ ਉਪਾਅ ਕੰਮ ਨਾ ਕਰੇ ਨਾ, ਦੁਬਾਰਾ ਬੰਦਾ ਫਿਰ ਜਾ ਕੇ ਪੰਡਿਤ ਨੂੰ ਫੜ ਲੈਂਦਾ ਵੀ ਭਾਈ ਜੋ ਤੂੰ ਦੱਸਿਆ ਸੀ ਅਸੀਂ ਉਸ ਦੇ ਮੁਤਾਬਕ ਕੀਤਾ, ਅਸੀਂ ਤਾਂ ਪੈਸੇ ਵੀ ਲਗਾ ਦਿੱਤੇ, ਜੋ ਕੁਝ ਤੈਂ ਉਪਾਅ ਕਰਨ ਲਈ ਕਿਹਾ ਸੀ ਉਹ ਵੀ ਅਸੀਂ ਕੀਤਾ, ਸਮਾਂ ਵੀ ਖਰਚ ਕੀਤਾ, ਪਰ ਕੋਈ ਉਪਾਅ ਦਾ ਸਾਨੂੰ ਹੱਲ ਨਹੀਂ ਲੱਭਿਆ। ਸਾਡੀ ਜ਼ਿੰਦਗੀ ਦੇ ਵਿੱਚ ਤਾਂ ਮੁਸ਼ਕਲਾਂ ਫਿਰ ਨੇ। ਉਹ ਪੰਡਿਤ ਫਿਰ ਬਲਬਲੇਵੇਂ ਪਾ ਕੇ ਕੋਈ ਨਾ ਕੋਈ ਗੱਲ ਰੱਖ ਹੀ ਲੈਂਦੇ ਵੀ ਭਾਈ ਅੱਛਾ ਉਦੋਂ ਆਹ ਗੱਲ ਅਧੂਰੀ ਰਹਿ ਗਈ ਸੀ, ਮੈਂ ਤੁਹਾਨੂੰ ਦੱਸਣ ਦੇ ਵਿੱਚ ਭੁੱਲ ਗਿਆ ਸੀ। ਹੁਣ ਜਦ ਦੇਖਿਆ ਵੀ ਮੈਂ ਤਾਂ ਕਾਲੂ ਦਾਸ ਜੀ ਦੇ ਕੋਲੋਂ ਮੈਂ ਮੂੰਹ ਮੰਗੀ ਕੀਮਤ ਵੀ ਲੈ ਲਈ, ਪੈਸੇ ਵੀ ਮਿਲੇ ਸਨ, ਤੇ ਹੁਣ ਮੈਂ ਤਾਂ ਕਾਲੂ ਦਾਸ ਜੀ ਮੁੜ ਕੇ ਉਹਨਾਂ ਦੇ ਘਰ ਦੇ ਵਿੱਚੋਂ ਲਾਂਭਾ ਲੈ ਕੇ ਆਏ ਨੇ ਵੀ ਤੇਰਾ ਸਾਰਾ ਕੀਤਾ ਕੰਮ ਗਲਤ ਹੋ ਗਿਆ। ਤੇ ਜਿਹੜੀ ਵੀ ਵਸਤੂ ਇਹ ਬੱਚਾ ਘਰੋਂ ਲੈ ਕੇ ਜਾਂਦਾ ਗਵਾ ਕੇ ਆ ਜਾਂਦਾ, ਤੇ ਜਦੋਂ ਅਸੀਂ ਇਹਨੂੰ ਪੁੱਛਦੇ ਹਾਂ ਵੀ ਭਾਈ ਦੱਸ ਵੀ ਉਹ ਵਸਤੂ ਕਿੱਥੇ, ਅਸੀਂ ਜਾ ਕੇ ਆਪ ਲਿਆਨੇ ਜੇ ਤੂੰ ਛੱਡ ਆਉਣਾ, ਤਾਂ ਕਹਿੰਦੇ ਵੀ ਮੂੰਹ ਦੇ ਵਿੱਚੋਂ ਕੁਝ ਵੀ ਨਹੀਂ ਬੋਲਦਾ, ਇਹ ਚੁੱਪ ਕਰਕੇ ਖੜਾ ਹੋ ਜਾਂਦਾ ਹੈ। ਇਹੋ ਜਿਹੇ ਲੱਛਣ ਤਾਂ ਤੂੰ ਸਾਨੂੰ ਦੱਸੇ ਨਹੀਂ ਸਨ। ਗਣਨਾ ਗਿਨੀ ਗੁਣੀ ਨਿਰਗੁਣੀ, ਤੁਮ ਗੁਣਬਾਨ ਪਣੀ ਅਨਬਣੀ। ਵੀ ਕਹਿੰਦੇ ਜਿਹੜੇ ਤੁਸੀਂ ਗਿਣਤੀ ਗਣੀ ਸੀ ਨਾ, ਜਿਹੜੀ ਤੁਸੀਂ ਜੋਤਿਸ਼ ਵਿੱਦਿਆ ਦੇ ਅਨੁਸਾਰ ਆਪਣੀ ਪੜ੍ਹਾਈ ਦਾ ਜਿਹੜਾ ਵਿੱਦਿਆ ਦਾ ਜਿਹੜਾ ਸੀ ਸਾਨੂੰ ਦੱਸਿਆ ਕੀਤਾ ਸੀ, ਤੇ ਉਸ ਨੂੰ ਵਿਚਾਰੀਏ, ਉਹ ਸਾਰੇ ਜਿਹੜੇ ਗੁਣ ਤੁਸੀਂ ਦੱਸੇ ਸੀ ਉਹ ਤਾਂ ਗੁਣਾਂ ਤੋਂ ਵਾਂਝੇ ਰਹਿ ਗਏ। ਉਹ ਤਾਂ ਗੁਣ ਇੱਕ ਵੀ ਨਹੀਂ ਇਹਨਾਂ ਦੇ ਜੀਵਨ ਦੇ ਵਿੱਚ। ਤੁਸੀਂ ਤਾਂ ਗੁਣਵਾਨ ਕਿਹਾ ਸੀ, ਉਲਟਾ ਇਹ ਗੁਣਾਂ ਤੋਂ ਸਖਣੇ ਨੇ, ਉਲਟਾ ਇਹ ਗੁਣ ਤੋਂ ਹੀਨ ਨੇ। ਦੋਹਰਾ ਮਨ ਹਰਖਾਵਨ ਕੇ ਨਮਤ, ਮੁਝ ਸੋ ਕਿੰਦੋ ਸੁਨਾਏ। ਗਣਨਾ ਕਰਤੇ ਚੁੱਕ ਗਏ, ਕਿਦੋਂ ਨਾ ਜਾਣਿਓ ਜਾਏ। ਕਹਿੰਦੇ ਵੀ ਤੁਸੀਂ ਉਸ ਸਮੇਂ ਕਿਤੇ ਇਸ ਤਰ੍ਹਾਂ ਨਤਾਣੀ ਵੀ ਮੈਂ ਮੌਕੇ ਦਾ ਪਟਵਾਰੀ ਹਾਂ, ਮੇਰਾ ਮਨ ਰੱਖਣ ਦੀ ਖਾਤਰ ਤੁਸੀਂ ਚੰਗੀਆਂ ਚੰਗੀਆਂ ਮਲਾਈ ਲਗਾ ਕੇ ਗੱਲਾਂ ਕਰਨ ਲੱਗ ਪਏ ਵੀ ਚਲੋ ਇਸ ਬੰਦੇ ਦਾ ਮਨ ਤਾਂ ਸਵਾਰੀਏ, ਅਸੀਂ ਇਸ ਦੇ ਮਨ ਨੂੰ ਤਾਂ ਖੁਸ਼ ਕਰੀਏ। ਕਹਿੰਦੇ ਕਿਸੇ ਉਸ ਵੇਲੇ ਤੁਸੀਂ ਇਹੋ ਜਿਹਾ ਕਾਰਜ ਤਾਂ ਨਹੀਂ ਕਰ ਦਿੱਤਾ, ਮੈਨੂੰ ਖੁਸ਼ ਕਰਨ ਦੇ ਲਈ ਤਾਂ ਨਹੀਂ ਤੁਸੀਂ ਇਹ ਕੁਝ ਬੋਲੀ ਗਏ, ਕਿਉਂਕਿ ਤੁਹਾਡੀ ਗਿਣਤੀ ਜਿਹੜੀ ਸੀ ਉਹ ਸਾਰੀ ਪੁੱਠੀ ਪੈ ਰਹੀ ਹੈ। ਗਣਨਾ ਕਰਤੇ ਚੁੱਕ ਗਏ, ਕਿਦੋਂ ਨਾ ਜਾਣਿਓ ਜਾਏ। ਵੀ ਕਹਿੰਦੇ ਤੁਸੀਂ ਇਸ ਨਛੱਤਰਾਂ ਦੀ ਜਿਹੜੀ ਗਿਣਤੀ ਕਰਦੇ ਸੀ ਵੀ ਇਸ ਦੇ ਵਿੱਚ ਸਾਰੇ ਜਿਹੜੇ ਨਛੱਤਰਾਂ ਦੇ ਅਨੁਸਾਰ ਸਮਾਂ ਵੀ ਭਲਾ ਸੀ, ਚੰਗੇ ਸਮੇਂ ਬਾਲਕ ਦਾ ਜਨਮ ਹੋਇਆ, ਵੀ ਉਹ ਤੁਸੀਂ ਗਿਣਤੀ ਕਰਦੇ ਕਿਤੇ ਭੁੱਲ ਤਾਂ ਨਹੀਂ ਗਏ, ਕਿਤੇ ਤੁਹਾਡੇ ਕੋਲੋਂ ਕੋਈ ਗਲਤੀ ਤਾਂ ਨਹੀਂ ਹੋ ਗਈ, ਜਾਂ ਅਸਲ ਤੱਥ ਤੁਸੀਂ ਕਹਿੰਦੇ ਸਾਨੂੰ ਸਮਝਾਇਆ ਹੀ ਨਹੀਂ, ਕੁਝ ਹੋਰ ਹੀ ਬਾਤਾਂ ਪਾ ਕੇ ਚਲ ਗਏ, ਸਾਡਾ ਮਨ ਰੱਖਣ ਦੀ ਖਾਤਰ ਤਾਂ ਨਹੀਂ ਇਹ ਸਾਰਾ ਕੁਝ ਕਰ ਦਿੱਤਾ। ਚੌਪਈ ਸੁਣ ਕਰ ਦਿਜਬਰ ਕਾਲੂ ਬਾਨੀ, ਹੋਤੀ ਅਸ਼ਰਦਾ ਮਹਿਲ ਪਟਾਨੀ। ਹੁਣ ਮਹਿਤਾ ਕਾਲੂ ਦਾਸ ਜੀ ਦੇ ਜਦੋਂ ਇਹ ਵਚਨ ਸੁਣੇ ਨਾ, ਪੰਡਿਤ ਨੂੰ ਵੀ ਕੁਝ ਵੀ ਸੁੱਝ ਨਹੀਂ ਰਿਹਾ ਵੀ ਹੁਣ ਮੈਂ ਕਰਾਂ ਤਾਂ ਕਰਾਂ ਕੀ। ਮੈਂ ਜੋ ਕੁਝ ਵੀ ਉੱਥੇ ਦੇਖਿਆ ਸੀ ਇਹ ਸਾਰਾ ਕੁਝ ਉਸ ਤੋਂ ਉਲਟ ਦੱਸਦੇ ਨੇ। ਪੰਡਿਤ ਦੀ ਵੀ ਇੱਛਾ ਸੀ, ਜਦੋਂ ਬਚਪਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਵੇਲੇ ਉਹਨਾਂ ਦੇ ਦਰਸ਼ਨ ਕੀਤੇ ਸੀ ਨਾ, ਪੰਡਿਤ ਵੀ ਇਹ ਇੱਛਾ ਜ਼ਾਹਰ ਕਰਦਾ ਸੀ ਵੀ ਮੇਰੀ ਰਹਿੰਦੀ ਉਮਰ ਦੇ ਵਿੱਚ ਹੀ ਕੋਈ ਨਾ ਕੋਈ ਇਹ ਕੋਤੋ ਕਰਕੇ ਦਿਖਾ ਦੇਣ, ਤਾਂ ਜੋ ਮੇਰਾ ਵੀ ਜਿਹੜਾ ਸੀ ਪਾਰ ਉਤਾਰਾ ਹੋ ਜਾਵੇ। ਪਰ ਇਹਨਾਂ ਦੇ ਪਿਤਾ ਦੇ ਦੱਸਣ ਦੇ ਮੁਤਾਬਕ ਇੱਕ ਵੀ ਗੁਣ ਜਿਹੜਾ ਸੀ, ਜੋ ਕੁਝ ਵੀ ਦੱਸਿਆ ਸੀ ਉਸ ਤੋਂ ਸਾਰਾ ਕੁਝ ਉਲਟ ਜਾ ਰਿਹਾ। ਹੁਣ ਪੰਡਿਤ ਨੇ ਆਪਣੇ ਪੈਰਾਂ ਦੇ ਉੱਤੇ ਪਾਣੀ ਤਾਂ ਪੈਣ ਨਹੀਂ ਦੇਣਾ ਸੀ, ਕਿਉਂਕਿ ਪਤਾ ਹੈ ਵੀ ਜੇਕਰ ਮੈਂ ਕਹਾਂਗਾ ਵੀ ਮੇਰੇ ਕੋਲ ਕੋਈ ਗਲਤੀ ਹੋ ਗਈ, ਤਾਂ ਪੰਡਿਤ ਨੂੰ ਪਤਾ ਸੀ ਵੀ ਇਲਾਕੇ ਦੇ ਵਿੱਚ ਜਿਹੜੀ ਮੇਰੀ ਠੁੱਕ ਹੈ, ਇਲਾਕੇ ਦੇ ਵਿੱਚ ਜਿਹੜੀ ਮੇਰੀ ਪੁੱਛਗਿੱਛ ਹੈ ਨਾ, ਉਹ ਸਾਰੀ ਦੀ ਸਾਰੀ ਫਿੱਕੀ ਪੈ ਜਾਵੇਗੀ। ਤੇ ਇਸੇ ਕਰਕੇ ਪੰਡਿਤ ਹੁਣ ਚੁੱਪਚਾਪ ਬੈਠਾ ਉਹਨਾਂ ਦੀ ਗੱਲ ਸੁਣ ਰਿਹਾ ਵੀ ਕਿਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਨੂੰ ਉਲਾਂਭਾ ਦੇਣ ਆਏ ਨੇ। ਤਿਸ ਉਰ ਸਰਦਾ ਦੇਵਨ ਹੇਤੂ, ਬੋਲਿਓ ਬਚਨ ਵਿਪਰ ਕੁਲ ਕੇਤੂ। ਹੁਣ ਪੰਡਿਤ ਹਰਦਿਆਲ ਜਿਹੜਾ ਸੀ ਨਾ, ਆਪਣੀ ਜੋਤਿਸ਼ ਵਿੱਦਿਆ ਨੂੰ ਸਹੀ ਠਹਿਰਾਉਣ ਦੀ ਖਾਤਰ ਵੀ ਦੇਖਿਆ ਵੀ ਮੈਂ ਤਾਂ ਕਾਲੂ ਦਾਸ ਜੀ ਤਾਂ ਮਨ ਦੇ ਵਿੱਚ ਗੁੱਸਾ ਲੈ ਕੇ ਆਏ ਨੇ, ਮੇਰੇ ਘਰ ਉਲਾਂਭਾ ਲੈ ਕੇ ਆਏ ਨੇ ਵੀ ਤੁਹਾਡਾ ਕੀਤਾ ਹੋਇਆ ਕੰਮ ਸਾੜਾ ਵੀ ਅਸਫਲ ਹੋ ਗਿਆ। ਹੁਣ ਪੰਡਿਤ ਹਰਦਿਆਲ ਮਹਿਤਾ ਕਾਲੂ ਦਾਸ ਜੀ ਨੂੰ ਆਖਦਾ ਹੈ, ਆਪਣੇ ਮਨ ਦੇ ਵਿੱਚ ਅਨੁਮਾਨ ਲਗਾਉਂਦਾ ਵੀ ਹਿਰਦੇ ਦੇ ਵਿੱਚ ਉਹਨਾਂ ਦੇ ਕਹਿੰਦਾ ਵੀ ਮੇਰੇ ਪ੍ਰਤੀ ਸਤਿਕਾਰ ਜਿਹੜਾ ਟੁੱਟੇ ਨਾ, ਉਹ ਸ਼ਰਧਾ ਬਰਕਰਾਰ ਰਵੇ। ਉਹ ਸ਼ਰਧਾ ਨੂੰ ਪੱਕਿਆ ਕਰਨ ਵਾਸਤੇ ਹੁਣ ਪੰਡਿਤ ਜੀ ਮਹਿਤਾ ਕਾਲੂ ਦਾਸ ਜੀ ਨੂੰ ਬਚਨ ਕਰਦੇ ਨੇ। ਇੱਕ ਲੱਛਣ ਮੈਂ ਤਬ ਹੀ ਨੇ ਰਹੇਰਾ,
ਕਹਿਓ ਨਾ ਸੋ ਪਿਖ ਆਨੰਦ ਤੇਰਾ। ਕਹਿੰਦੇ ਵੀ ਹੁਣ ਇੱਥੇ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਵੀ ਇੱਕ ਲੱਛਣ ਸੀਗਾ ਇਹਨਾਂ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਿਆ ਹੀ ਨਹੀਂ। ਮੈਂ ਉਦੋਂ ਇੱਕ ਲੱਛਣ ਦੇਖ ਤਾਂ ਲਿਆ ਸੀ, ਪਰ ਤੁਹਾਡੇ ਘਰ ਦੇ ਵਿੱਚ ਜਿਹੋ ਜਿਹਾ ਖੁਸ਼ੀਆਂ ਦਾ ਮਾਹੌਲ ਸੀ ਨਾ, ਤੁਸੀਂ ਆਨੰਦ ਦੇ ਵਿੱਚ ਸੀ। ਉਹ ਕਹਿੰਦੇ ਵੀ ਉਹ ਲੱਛਣ ਮੈਂ ਤੁਹਾਨੂੰ ਦੱਸਿਆ ਨਹੀਂ, ਉਹ ਲੱਛਣ ਮੈਂ ਲੁਕੋਈ ਲਿਆ, ਤੁਹਾਨੂੰ ਦੱਸਣਾ ਹੀ ਨਹੀਂ ਚਾਹਿਆ ਵੀ ਤੁਹਾਡੇ ਬੱਚੇ ਦੇ ਵਿੱਚ ਆਹ ਵੀ ਕੁਝ ਕੰਮ ਹੋ ਸਕਦੇ ਨੇ। ਤੁਸੀਂ ਇਸ ਗੱਲੋਂ ਨਿਰਾਸ਼ ਵੀ ਹੋ ਸਕਦੇ ਸੀ ਤੁਹਾਡੀਆਂ ਖੁਸ਼ੀਆਂ ਦੇਖ ਕੇ। ਕਹਿੰਦੇ ਵੀ ਉਹ ਲੱਛਣ ਮੈਂ ਲੁਕੋਈ ਰੱਖਿਆ। ਪ੍ਰਗਟ ਭਇਓ ਮੈਂ ਸੋ ਅਬ ਜਾਣਿਓ, ਜੋ ਤੋ ਸੁਨ ਹੈ ਤਬੇ ਬਖਾਨਿਓ। ਕਹਿੰਦੇ ਵੀ ਉਹ ਲੱਛਣ ਜਿਹੜਾ ਸੀ ਨਾ ਹੁਣ ਪ੍ਰਗਟ ਹੋ ਗਿਆ। ਹੁਣ ਤੁਸੀਂ ਆਪ ਹੀ ਦੇਖ ਲਿਆ ਵੀ ਤੁਹਾਡੇ ਬਾਲਕ ਦੇ ਰੰਗ ਢੰਗ ਕਿਹੋ ਜਿਹੇ ਨੇ। ਤੇ ਜਦੋਂ ਹੁਣ ਪੰਡਿਤ ਹਰਦਿਆਲ ਜੀ ਨੂੰ ਸਾਰੀ ਗੱਲ ਮਹਿਤਾ ਕਾਲੂ ਦਾਸ ਜੀ ਨੇ ਦੱਸ ਦਿੱਤੀ ਤਾਂ ਉਹ ਆਪਣੇ ਆਪ ਹੀ ਹੁਣ ਆਪਣੀ ਗੱਲ ਨੂੰ ਝੂਠੀ ਤਾਂ ਪੈਣ ਨਹੀਂ ਦੇਵੇਗਾ, ਕਿਉਂਕਿ ਪਤਾ ਹੈ ਵੀ ਫਿਰ ਰੋਜੀ ਰੋਟੀ ਦਾ ਵੀ ਸਵਾਲ ਹੈ ਨਾ। ਜੇ ਅੱਜ ਜੇ ਮੌਕੇ ਦਾ ਪਟਵਾਰੀ ਮੈਨੂੰ ਆ ਕੇ ਕੁਝ ਕਹਿ ਰਿਹਾ, ਕੋਈ ਗੁੱਸੇ ਦੇ ਵਿੱਚ ਸ਼ਬਦ ਕਹਿ ਰਿਹਾ, ਵੀ ਬਾਹਰ ਜਾ ਕੇ ਮੇਰੀ ਵੀ ਨਿੰਦਿਆ ਹੋਵੇਗੀ ਨਾ, ਬਾਹਰ ਲੋਕਾਂ ਦੇ ਵਿੱਚ ਵੀ ਇਹੀ ਪ੍ਰਭਾਵ ਪਵੇਗਾ ਕਿ ਪੰਡਿਤ ਨੇ ਤਾਂ ਗਲਤ ਕੰਮ ਕਰ ਦਿੱਤਾ। ਪੰਡਿਤ ਨੇ ਆਪਣੀ ਜੋਤਿਸ਼ ਵਿੱਦਿਆ ਦੇ ਵਿੱਚ ਕੋਈ ਵੀ ਉਸਨੇ ਮਹਾਰਤਾ ਹਾਸਲ ਨਹੀਂ ਕੀਤੀ, ਸਗੋਂ ਤੁੱਕਾ ਲਾ ਕੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਲੋਕਾਂ ਨੂੰ ਭਰਮਾਉਂਦਾ ਫਿਰਦਾ। ਹੁਣ ਪੰਡਿਤ ਹਰਦਿਆਲ ਜੀ ਮੈਂ ਤਾਂ ਕਾਲੂ ਦਾਸ ਜੀ ਦੇ ਕੋਲੇ ਸੁਣ ਲਿਆ ਵੀ ਸਾਡੇ ਬੱਚੇ ਨੇ ਆਹ ਕੁਝ ਕੀਤਾ, ਤੇ ਹੁਣ ਉਹੀ ਗੱਲਾਂ ਸੁਣ ਕੇ ਪੰਡਿਤ ਹਰਦਿਆਲ ਵਾਪਸ ਉਹਨਾਂ ਦੇ ਪਿਤਾ ਜੀ ਨੂੰ ਮੈਂ ਤਾਂ ਕਾਲੂ ਦਾਸ ਜੀ ਨੂੰ ਆਖਦਾ ਵੀ ਇਹ ਲੱਛਣ ਤਾਂ ਮੈਂ ਤੁਹਾਨੂੰ ਦੱਸਣੋਂ ਵਾਂਝਾ ਹੀ ਰਹਿ ਗਿਆ, ਇਹ ਮੈਂ ਤੁਹਾਨੂੰ ਦੱਸਣਾ ਸੀ ਪਰ ਮੈਂ ਦੱਸ ਨਹੀਂ ਸਕਿਆ। ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਬਹੁਤ ਸਨ। ਇਹ ਸਾਰਾ ਕੁਝ ਜਦੋਂ ਵਾਰਤਾ ਦੇਖੀ ਨਾ, ਫਿਰ ਜਿਹੜਾ ਵੀ ਸੀ ਉਹ ਕਹਿੰਦਾ ਵੀ ਹੁਣ ਮੈਂ ਤੁਹਾਨੂੰ ਦੱਸਦਾ ਅਸਲ ਦੇ ਵਿੱਚ ਅਸਲ ਗੱਲ ਕੀ ਸੀ। ਅੱਗੇ ਦਾ ਪ੍ਰਸੰਗ ਸਰਵਣ ਕਰਦੇ ਹਾਂ। ਬਾਲਕ ਕੇ ਸੰਬੰਧੀ ਜੇਤੇ, ਮਹਿਮਾ ਲਖ ਨ ਸਕੇਂਗੇ ਤੇਤੇ। ਕਹਿੰਦਾ ਵੀ ਜਿਹੜੇ ਬਾਲਕ ਦੇ ਰਿਸ਼ਤੇਦਾਰ ਨੇ ਨਾ, ਸਕੇ ਸੰਬੰਧੀ ਨੇ, ਜਿਹੜੇ ਵੀ ਇਹਦੇ ਆਪਣੇ ਨੇ, ਪਰਿਵਾਰਕ ਮੈਂਬਰ ਨੇ, ਕਹਿੰਦੇ ਵੀ ਉਹ ਇਸ ਦੀ ਮਹਿਮਾ ਨੂੰ ਸਮਝ ਹੀ ਨਹੀਂ ਸਕਣਗੇ। ਹੁਣ ਮਾਫ ਕਰਨਾ, ਇੱਥੇ ਪੰਡਿਤ ਆਪਣੇ ਵੱਲੋਂ ਹੁਣ ਢਿੱਲਾ ਜਿਹਾ ਪੈ ਗਿਆ ਨਾ, ਜਦੋਂ ਪਤਾ ਲੱਗਾ ਵੀ ਮੇਰੀ ਗੱਲ ਹੁਣ ਗਲਤ ਹੋ ਰਹੀ। ਹੁਣ ਮਾਂ-ਬਾਪ ਤੋਂ ਵੱਧ ਬੱਚੇ ਨੂੰ ਕੌਣ ਜਾਣ ਸਕਦਾ ਦੁਨੀਆ ਦੇ ਉੱਤੇ। ਜਾਂ ਤਾਂ ਇਨਸਾਨ ਆਪਣੇ ਬਾਰੇ ਖੁਦ ਜਾਣਦਾ, ਜਾਂ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ ਉਹ ਵਧੇਰੇ ਜਾਣਦੇ ਨੇ। ਆਮ ਤੌਰ ਦੇ ਉੱਤੇ ਅਸੀਂ ਚਾਹੇ ਕੋਹਾਂ ਦੂਰ ਮਾਂ-ਬਾਪ ਤੋਂ ਬੈਠੇ ਹੋਈਏ ਨਾ, ਸਾਨੂੰ ਕੋਈ ਦੁੱਖ ਤਕਲੀਫ ਹੋਵੇ, ਸੱਟ ਸਾਡੇ ਲੱਗੇ ਤਾਂ ਦੁੱਖ ਤੇ ਪੀੜ ਮਾਂ-ਬਾਪ ਨੂੰ ਮਹਿਸੂਸ ਹੁੰਦੀ ਆ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਉਹਨਾਂ ਦਾ ਹੀ ਖੂਨ ਵਗਦਾ ਹੁੰਦਾ। ਹੁਣ ਮਾਂ-ਬਾਪ ਨੂੰ ਆਪਣੇ ਬਾਲਕ ਦੇ ਬਾਰੇ ਨਾ ਪਤਾ ਹੋਵੇ, ਇਹ ਕਿਸ ਤਰ੍ਹਾਂ ਹੋ ਸਕਦਾ। ਹੁਣ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਵੀ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਨੇ ਨਾ, ਉਹ ਕੋਈ ਵੀ ਉਹਨਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦਾ। ਕਹਿੰਦੇ ਇਹ ਵੀ ਉਹਨਾਂ ਦੀ ਕੋਈ ਮਹਿਮਾ ਹੀ ਹੈ ਵੀ ਘਰ ਦੇ ਵਿੱਚ ਵਸਤੂਆਂ ਲੈ ਕੇ ਬਾਹਰ ਕਿਤੇ ਵੰਡ ਆਉਂਦੇ ਨੇ। ਅਵਰ ਅਨੇਕ ਮਣਜ ਬਰਸਾਵੇ, ਕੋਈ ਕਿਸਨਬੰਦੀ ਸੁਖ ਪਾਵੇ। ਕਹਿੰਦੇ ਵੀ ਦੁਨੀਆ ਦੇ ਜਿਹੜੇ ਹੋਰ ਅਨੇਕਾਂ ਲੋਕ ਨੇ ਨਾ, ਉਹ ਸੁੱਖ ਪ੍ਰਾਪਤ ਕਰਨਗੇ। ਹੁਣ ਪੰਡਿਤ ਨੂੰ ਪਤਾ ਸੀ ਵੀ ਇਹ ਸਾਰੀਆਂ ਵਸਤੂਆਂ ਕਿਸੇ ਦੇ ਕੰਮ ਆਉਂਦੀਆਂ ਹੋਣਗੀਆਂ, ਜਿਹੜੀਆਂ ਸਿੱਟ ਕੇ ਆਉਂਦੇ ਨੇ ਨਾ, ਕੋਈ ਵਸਤੂ ਭੰਡਾਰ ਜਿਹੜੇ ਵੀ ਸੀ, ਕੱਪੜਾ ਹੋ ਗਿਆ, ਭਾਂਡੇ ਹੋ ਗਏ, ਗਹਿਣੇ ਹੋ ਗਏ। ਹੁਣ ਜਿਹੜੇ ਨੂੰ ਤਾਂ ਮਿਲ ਗਈ ਉਹਦੀ ਤਾਂ ਬੱਲੇ ਬੱਲੇ। ਉਹ ਕਹਿੰਦਾ ਵੀ ਲੋਕ ਇਸ ਚੀਜ਼ ਤੋਂ ਲਾਭ ਪ੍ਰਾਪਤ ਕਰਨਗੇ, ਪਰ ਘਰਦਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗੇਗਾ। ਕੋਈ ਕਹਿੰਦੇ ਇੱਕ ਅੱਧਾ ਹੀ ਹੋਵੇਗਾ ਜਿਹੜੀ ਇਸ ਦੀ ਰਮਜ ਨੂੰ ਸਮਝੇਗਾ। ਹੋਏ ਤਰਨ ਜਬ ਬਦੇ ਪ੍ਰਤਾਪਾ, ਜੋ ਬਾਵਨ ਤ੍ਰੈ ਲੋਕਨ ਪਾਪਾ। ਹੁਣ ਇੱਥੇ ਪੰਡਿਤ ਹਰਦਿਆਲ ਜੀ ਆਪਣੇ ਮਤ ਦੇ ਅਨੁਸਾਰ ਮਹਿਤਾ ਕਾਲੂ ਦਾਸ ਜੀ ਦੇ ਮਨ ਨੂੰ ਠੰਡਾ ਕਰਨ ਦੇ ਲਈ, ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਆਖਦੇ ਨੇ ਕਿ ਜਦੋਂ ਉਹ ਜਵਾਨ ਹੋਵੇਗਾ ਨਾ, ਉਸ ਦੀ ਜੋ ਉਮਰ ਦੇ ਵਿੱਚ ਵਡੇਰਾਪਨ ਆਵੇਗਾ, ਜਦੋਂ ਪ੍ਰਤਾਪ ਵਧੇਗਾ ਨਾ, ਉਹ ਲੋਕਾਂ ਨੂੰ ਉਤਾਰੇਗਾ। ਆਪਣੇ ਮਤ ਦੀਆਂ ਹੁਣ ਉਦਾਹਰਨਾਂ ਦੇਣ ਲੱਗ ਪਏ। ਕਹਿੰਦੇ ਵੀ ਜਿਸ ਤਰ੍ਹਾਂ ਪਰਮਾਤਮਾ ਨੇ 52 ਰੂਪ ਦੇ ਵਿੱਚ ਅਵਤਾਰ ਧਾਰਨ ਕਰਕੇ ਤਿੰਨਾਂ ਲੋਕਾਂ ਨੂੰ ਮਾਣਿਆ ਸੀ ਨਾ, ਇਸੇ ਤਰ੍ਹਾਂ ਤੁਹਾਡਾ ਬਾਲਕ ਵੀ ਦੁਨੀਆ ਦੇ ਉੱਤੇ ਜਗਤ ਦੇ ਵਿੱਚ ਫਿਰੇਗਾ। ਪੀਰ ਮੀਰ ਮਾਨੇ ਗਿਆਨਾ, ਜਿਉਂ ਗੋਕੁਲ ਮਥੁਰਾ ਭਗਵਾਨਾ। ਕਹਿੰਦੇ ਜਿਹੜੇ ਪੀਰ ਨੇ ਨਾ, ਜਿਹੜੇ ਧਾਰਮਿਕ ਬਿਰਤੀ ਵਾਲੇ ਲੋਕ ਨੇ, ਜਾਂ ਜਿਹੜੇ ਦੁਨਿਆਵੀ ਧਨਾੜ ਲੋਕ ਨੇ, ਰਾਜੇ ਨੇ, ਅਮੀਰ ਨੇ, ਕਹਿੰਦੇ ਪੀਰ ਮੀਰ ਦਾ ਭਾਵ ਹੁੰਦਾ ਅਮੀਰ। ਜਿਹੜੇ ਪੀਰ ਨੇ, ਅਮੀਰ ਨੇ, ਸਾਰੇ ਹੀ ਇਹਨਾਂ ਦੀ ਆਣ ਸ਼ਾਨ ਨੂੰ ਮੰਨਣਗੇ, ਇਹਨਾਂ ਦੀ ਪੂਜਾ ਕਰਨਗੇ, ਇਹਨਾਂ ਦੀ ਜੈ ਜੈਕਾਰ ਹੋਵੇਗੀ। ਕਿਸ ਤਰ੍ਹਾਂ? ਕਹਿੰਦੇ ਜਿਸ ਤਰ੍ਹਾਂ ਮਥੁਰਾ ਦੇ ਰਹਿਣ ਵਾਲੇ ਲੋਕ ਕ੍ਰਿਸ਼ਨ ਨੂੰ ਭਗਵਾਨ ਕਰਕੇ ਮੰਨਦੇ ਸੀ, ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਪੂਜਦੇ ਸੀ ਨਾ,
ਇਸੇ ਤਰ੍ਹਾਂ ਤੁਹਾਡੇ ਪੁੱਤਰ ਦੀ ਜਦੋਂ ਉਮਰ ਵਡੇਰੀ ਹੋਵੇਗੀ ਨਾ, ਪੂਰੀ ਦੁਨੀਆ, ਰਾਜੇ ਮਹਾਰਾਜੇ, ਪੀਰ ਫਕੀਰ, ਧਾਰਮਿਕ ਬਿਰਤੀ ਵਾਲੇ ਲੋਕ ਸਾਰੇ ਇਹਨਾਂ ਦੀ ਪੂਜਾ ਕਰਨਗੇ। ਰਾਮਚੰਦ ਸੇ ਗੁਣ ਇਹ ਮਾਹੀ, ਬ੍ਰਿਧ ਹੋਏ ਤਬ ਲਿਹ ਪਤਿਆਹੀ। ਪਹਿਲਾ 52 ਅਵਤਾਰ ਦੀ ਗੱਲ ਕਰਤੀ, ਕ੍ਰਿਸ਼ਨ ਜੀ ਦੀ ਗੱਲ ਕਰਤੀ। ਹੁਣ ਕਹਿੰਦੇ ਵੀ ਇਹਨਾਂ ਦੇ ਵਿੱਚ ਰਾਮਚੰਦਰ ਜੀ ਵਾਲੇ ਵੀ ਸਾਰੇ ਗੁਣ ਨੇ। ਜਿਹੋ ਜਿਹੇ ਹਿੰਦੂਆਂ ਦੇ ਜਿਹੜੇ ਭਗਵਾਨ ਮੰਨੇ ਜਾਂਦੇ ਸ਼੍ਰੀ ਰਾਮਚੰਦਰ ਜੀ ਨਾ, ਕਹਿੰਦੇ ਜਿਹੋ ਜਿਹੇ ਉਹਨਾਂ ਦੇ ਵਿੱਚ ਗੁਣ ਸੀ, ਉਹੋ ਜਿਹੇ ਗੁਣ ਇਹਨਾਂ ਦੇ ਵਿੱਚ ਵੀ ਨੇ। ਬ੍ਰਿਧ ਹੋਏ ਤਬ ਲਿਹੋ ਪਤਿਆਈ, ਜਦੋਂ ਵੱਡੇ ਹੋਣਗੇ ਨਾ ਆਪਣੇ ਆਪ ਹੀ ਤੁਸੀਂ ਕਹਿੰਦੇ ਪਰਖ ਕੇ ਵੇਖ ਲੈਣਾ। ਹੋਏ ਅਚਾਰਜ ਬਿਆਸ ਸਮਾਨੇ, ਮਾਨਵ ਤਨ ਜੇ ਮਨ ਕਰਮਾਨੇ। ਕਹਿੰਦੇ ਜਿਸ ਤਰ੍ਹਾਂ ਵੇਦ ਵਿਆਸ ਜੀ ਹੋਏ ਨੇ ਨਾ, ਵੇਦ ਵਿਆਸ ਜੀ ਵੱਡੇ ਆਚਾਰੀਆ ਸਨ, ਇਸੇ ਤਰ੍ਹਾਂ ਇਹਨਾਂ ਦਾ ਜੀਵਨ ਵੀ ਆਚਾਰੀਆ ਹੋਵੇਗਾ। ਤੇ ਜਿਹੜਾ ਵੀ ਕਹਿੰਦੇ ਵੀ ਇਹਨਾਂ ਦੇ ਦਰਸ਼ਨ ਕਰੇਗਾ ਨਾ, ਉਹ ਮਾਨਵ ਧਨ ਹੋਵੇਗਾ, ਮਨ ਕਰਕੇ ਉਹ ਅਮੀਰ ਹੋ ਜਾਵੇਗਾ। ਉਸ ਦੇ ਮਨ ਦੇ ਵਿੱਚ ਸੰਤੁਸ਼ਟੀ, ਸਬਰ, ਸੰਤੋਖ, ਸਾਰੇ ਗੁਣ ਜਿਹੜੇ ਨੇ ਉਹਨਾਂ ਦੇ ਵਿੱਚ ਆ ਜਾਣਗੇ। ਦੋਹਰਾ ਸੁਤ ਪਰ ਸ਼ਰਦਾ ਉਰ ਕਰਹੁ, ਦਰਬ ਪ੍ਰੀਤ ਹਰ ਕੂਰ। ਪਰਮ ਰੂਪ ਪਰਮਾਤਮਾ, ਚਿਦੰਗ ਚਰਾਚਰ ਮੂਰ। ਹੁਣ ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਦਾਸ ਜੀ ਨੂੰ ਸ਼ਾਂਤ ਕਰਨ ਦੇ ਵਾਸਤੇ, ਉਹਨਾਂ ਦਾ ਮਨ ਰੱਖਣ ਦੇ ਵਾਸਤੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਹ ਅਵਤਾਰਾਂ ਦਾ ਤੁਹਾਨੂੰ ਮੈਂ ਜ਼ਿਕਰ ਕੀਤਾ, ਅਵਤਾਰਾਂ ਦੇ ਬਾਬਤ ਦੱਸਿਆ ਵੀ ਕਿਸ ਤਰ੍ਹਾਂ ਲੋਕਾਂ ਨੇ ਇਹਨਾਂ ਦੀ ਪੂਜਾ ਕੀਤੀ, ਲੋਕ ਇਹਨਾਂ ਨੂੰ ਭਗਵਾਨ ਮੰਨਦੇ ਨੇ ਨਾ, ਤੁਸੀਂ ਆਪਣੇ ਪੁੱਤਰ ਦੇ ਪ੍ਰਤੀ ਮਨ ਦੇ ਵਿੱਚ ਕੋਈ ਵੀ ਸ਼ੰਕਾ ਨਾ ਰੱਖੋ। ਤੁਹਾਡਾ ਪੁੱਤਰ ਜਦੋਂ ਵੱਡਾ ਹੋਵੇਗਾ, ਉਮਰ ਵਡੇਰੀ ਹੋਣ ਦੇ ਨਾਲ ਨਾਲ ਜਿਸ ਤਰ੍ਹਾਂ ਦੁਨੀਆ ਇਹਨਾਂ ਦੀ ਜੈ ਜੈਕਾਰ ਕਰੇਗੀ, ਦੁਨੀਆ ਇਹਨਾਂ ਨੂੰ ਪੂਜਿਆ ਕਰੇਗੀ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਮਨ ਦੇ ਵਿੱਚ ਪੁੱਤਰ ਦੇ ਪ੍ਰਤੀ ਜਿਹੜੀ ਪ੍ਰੀਤ ਹੈ ਉਹ ਬਣਾਈ ਰੱਖੋ। ਪੁੱਤਰ ਪ੍ਰਤੀ ਜਿਹੜੀ ਸ਼ਰਧਾ ਹੈ ਉਹ ਟੁੱਟਣ ਨਾ ਦੇਵੋ। ਇਸ ਨੂੰ ਪਰਮਾਤਮਾ ਦਾ ਜਿਹੜਾ ਅਵਤਾਰ ਕਰਕੇ ਜਾਣੋ, ਪਰਮਾਤਮਾ ਦਾ ਅਵਤਾਰ ਕਰਕੇ ਇਸ ਦੀ ਸੇਵਾ ਕਰੋ, ਇਸ ਦੇ ਪ੍ਰਤੀ ਸ਼ਰਧਾ ਨਾ ਤੋੜੋ। ਕੋਈ ਵੀ ਬੋਲ ਕੁਬੋਲ ਇਹਨਾਂ ਦੀ ਸ਼ਾਨ ਦੇ ਖਿਲਾਫ ਨਾ ਬੋਲੋ। ਚੌਪਈ ਹਿਤ ਪ੍ਰਦ ਵਿਪਰੇ ਕੀ ਬਰਬਾਨੀ, ਮੁਖ ਬਾਲਿਆਸਕ ਕਵਿ ਕਾਜਿਵ ਮਾਨੀ। ਕਹਿੰਦੇ ਵੀ ਇਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਨੇ ਜਦੋਂ ਹੁਣ ਪੰਡਿਤ ਹਰਦਿਆਲ ਜੀ ਦੇ ਮੁਖ ਦੇ ਵਿੱਚੋਂ ਇਹ ਬਾਣੀ ਸੁਣੀ, ਇਹ ਬ੍ਰਾਹਮਣ ਜੀ ਦੀ ਇਹ ਸ੍ਰੇਸ਼ਟ ਜਿਹੜੀ ਸੀ ਸਿਫਤ ਸਲਾਹ ਕੀਤੀ, ਉਹ ਸਾਰੀ ਦੀ ਸਾਰੀ ਜਦੋਂ ਸੁਣੀ ਨਾ ਤਾਂ ਕਿਸ ਤਰ੍ਹਾਂ ਹੋਇਆ। ਅਰਬਨ ਅਮੀ ਕੀਰਤੀ ਦਿਆਲਾ, ਦਿਜ ਕੀ ਉਕਤ ਸਮੁਕਤਨ ਮਾਲਾ। ਕਹਿੰਦੇ ਵੀ ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਕੁਝ ਕੀਮਤੀ ਨਗ ਨਿਕਲਦੇ ਨੇ, ਕੀਮਤੀ ਪਦਾਰਥ ਨਿਕਲਦੇ ਨੇ, ਉਹਨਾਂ ਦੀ ਮਾਲਾ ਪਰੋ ਲਈ ਜਾਂਦੀ, ਉਹਨਾਂ ਮੋਤੀਆਂ ਦੀ ਮਾਲਾ ਪਰੋ ਲਈ ਜਾਂਦੀ, ਤੇ ਜਿਸ ਤਰ੍ਹਾਂ ਉਸ ਦੀ ਕੀਮਤ ਵੱਧ ਜਾਂਦੀ ਨਾ, ਇਸੇ ਤਰ੍ਹਾਂ ਕਹਿੰਦੇ ਵੀ ਬ੍ਰਾਹਮਣ ਦੀ ਕੀਰਤੀ ਜਿਹੜੀ ਸੀ, ਜਿਹੜੀ ਉਹਨੇ ਹੁਣ ਸਿਫਤ ਸਲਾਹ ਕੀਤੀ, ਵੀ ਜਿਸ ਤਰ੍ਹਾਂ ਉਹਨਾਂ ਨੇ ਆਖਿਆ, ਕ੍ਰਿਸ਼ਨ ਜੀ ਦੀ ਉਦਾਹਰਨ ਦਿੱਤੀ, ਰਾਮਚੰਦਰ ਜੀ ਦੀ ਉਦਾਹਰਨ ਦਿੱਤੀ, 52 ਅਵਤਾਰ ਦੀ ਉਦਾਹਰਨ ਦਿੱਤੀ, ਤੇ ਹੋਰ ਵੇਦ ਵਿਆਸ ਜੀ ਦੀ ਵੀ ਉਦਾਹਰਨ ਦੇ ਦਿੱਤੀ। ਕਹਿੰਦੇ ਇਹੋ ਜਿਹੇ ਜਦੋਂ ਸਿਫਤ ਸਲਾਹ ਭਰੇ ਬੋਲ ਸੁਣੇ ਨਾ, ਤਾਂ ਇੱਥੇ ਕਵੀ ਜੀ ਅਲੰਕਾਰ ਬੰਨ੍ਹਦੇ ਨੇ ਵੀ ਇਹਨਾਂ ਦੇ ਇਹ ਬਚਨ ਵੀ ਇਸ ਤਰ੍ਹਾਂ ਸੀ ਵੀ ਜਿਵੇਂ ਕੋਈ ਕੀਮਤੀ ਮੋਤੀਆਂ ਦੀ ਮਾਲਾ ਹੋਵੇ। ਉਹਨਾਂ ਦੀ ਰਸਨਾ ਦੇ ਵਿੱਚੋਂ ਵੀ ਇਹੋ ਜਿਹੇ ਕੀਮਤੀ ਬਚਨ ਨਿਕਲੇ। ਸਾਕ ਬਣਕ ਜੋ ਕੀਮਤ ਤਾਹੀ, ਨਹਿ ਜਾਣੀ ਕਾਲੂ ਮਨ ਮਾਹੀ। ਕਹਿੰਦੇ ਵੀ ਜਿਸ ਤਰ੍ਹਾਂ ਕੋਈ ਹੋਰ ਸਾਗ ਪੱਤਾ ਵੇਚਣ ਵਾਲਾ ਆਦਮੀ ਹੋਵੇ ਨਾ, ਆਮ ਤੌਰ ਦੇ ਉੱਤੇ ਕਹਿੰਦੇ ਉਸ ਨੂੰ ਕੀਮਤੀ ਜਿਹੜੇ ਗਹਿਣੇ ਹੁੰਦੇ ਨੇ ਉਹਨਾਂ ਦੀ ਕੀਮਤ ਦਾ ਅੰਦਾਜ਼ਾ ਨਹੀਂ ਹੁੰਦਾ। ਹੀਰਿਆਂ ਦਾ, ਹੋਰ ਜਿੰਨੇ ਵੀ ਜਵਾਹਰਾਤ ਨੇ, ਉਹਨਾਂ ਦੀ ਕੀਮਤ ਦਾ ਅੰਦਾਜ਼ਾ ਨਹੀਂ ਹੋ ਰਿਹਾ। ਤੇ ਇਸੇ ਤਰ੍ਹਾਂ ਹੁਣ ਬ੍ਰਾਹਮਣ ਨੇ ਮਹਿਤਾ ਕਾਲੂ ਦਾਸ ਜੀ ਦਾ ਮਨ ਰੱਖਣ ਦੀ ਖਾਤਰ, ਆਪਣੀ ਜੋਤਿਸ਼ ਵਿਦਿਆ ਨੂੰ ਝੂਠੀ ਨਾ ਪਵੇ ਇਸ ਦੀ ਖਾਤਰ, ਹੁਣ ਪੰਡਿਤ ਨੇ ਮਹਿਤਾ ਕਾਲੂ ਦਾਸ ਜੀ ਨੂੰ ਵੀ ਥੋੜ੍ਹੀਆਂ ਜਿਹੀਆਂ ਗੱਲਾਂ ਵਧਾ ਚੜਾ ਕੇ ਹੋਰ ਕੀਤੀਆਂ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਟਿਕਾ ਆਵੇ, ਮਨ ਸ਼ਾਂਤ ਹੋਵੇ। ਪਰ ਕਹਿੰਦੇ ਵੀ ਜਿਸ ਤਰ੍ਹਾਂ ਸਾਗ ਪੱਤਾ ਵੇਚਣ ਵਾਲਾ ਆਦਮੀ ਕੀਮਤੀ ਪਦਾਰਥ, ਕੀਮਤੀ ਗਹਿਣਿਆਂ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਨਾ, ਮਹਿਤਾ ਕਾਲੂ ਦਾਸ ਜੀ ਨੇ ਚੁੱਪਚਾਪ ਪੰਡਿਤ ਦੇ ਬਚਨ ਤਾਂ ਸੁਣ ਲਏ, ਪਰ ਉਹਨਾਂ ਦੇ ਮਨ ਦੇ ਵਿੱਚ ਕੁਝ ਵੀ ਟਿਕਾ ਨਹੀਂ ਆ ਰਿਹਾ, ਮਨ ਦੇ ਵਿੱਚ ਧੀਰਜ ਨਹੀਂ ਆ ਰਿਹਾ। ਕਿਉਂ? ਕਿਉਂਕਿ ਜੋ ਕੁਝ ਪਹਿਲਾਂ ਪੰਡਿਤ ਜੀ ਨੇ ਬਚਪਨ ਦੇ ਸਮੇਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਧਾਰਨ ਕਰਦੇ ਨੇ ਨਾ, ਉਸ ਸਮੇਂ ਜਿਹੜੀ ਜੋਤਿਸ਼ ਵਿਦਿਆ ਲਗਾਈ ਸੀ, ਹੁਣ ਤੱਕ ਦੀ ਉਮਰ ਤੱਕ 5-6 ਸਾਲ ਦੀ ਉਮਰ ਤੱਕ ਦੀ ਉਹਨਾਂ ਦੀ ਉਮਰ ਦੇ ਵਿੱਚ ਕੋਈ ਵੀ ਉਹੋ ਜਿਹਾ ਗੁਣ ਨਹੀਂ ਦੇਖਣ ਨੂੰ ਮਿਲਿਆ।
ਵਿਸ਼ਵਾਸ ਟੁੱਟ ਗਿਆ ਸੀ ਨਾ। ਜਿਹੋ ਜਿਹਾ ਉਹਨਾਂ ਨੇ ਦੱਸਿਆ ਸੀ ਉਸ ਦੇ ਸੁਭਾਵਿਕ, ਉਸ ਦੇ ਮੁਤਾਬਕ ਕੁਝ ਵੀ ਨਹੀਂ ਜੀਵਨ ਦੇ ਵਿੱਚ ਵਾਪਰਿਆ। ਹੁਣ ਪੰਡਿਤ ਹਰਦਿਆਲ ਨੇ ਇਹੋ ਜਿਹੇ ਜਦੋਂ ਬੋਲੇ ਨਾ, ਮਨ ਨੂੰ ਤਸੱਲੀ ਨਹੀਂ ਹੋ ਰਹੀ ਮਹਿਤਾ ਕਾਲੂ ਦਾਸ ਜੀ ਦੇ, ਤੇ ਉਹ ਮਨ ਦੇ ਵਿੱਚ ਵੀ ਇਹੋ ਜਿਹੇ ਅਨੁਮਾਨ ਲਗਾਈ ਬੈਠੇ ਨੇ ਵੀ ਕੋਈ ਵੀ ਉਹਨਾਂ ਦੀ ਗੱਲ ਸਮਝ ਨਹੀਂ ਆ ਰਹੀ। ਨਿਜ ਨਿਕੇਤ ਕੋ ਪੁਨ ਚਲ ਆਇਓ, ਜਗਤ ਕਾਜ ਹਿਰਦਾ ਬਿਰਮਾਇਓ। ਤੇ ਕਹਿੰਦੇ ਵੀ ਇਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਉਹਨਾਂ ਦੀ ਸਾਰੀ ਗੱਲ ਸੁਣ ਕੇ, ਆਪਣੇ ਨਿਜ ਦਾ ਭਾਵ ਹੁੰਦਾ ਆਪਣੇ ਨਿਕੇਤ ਦਾ ਭਾਵ ਹੈ ਘਰ। ਮਹਿਤਾ ਕਾਲੂ ਦਾਸ ਜੀ ਹੁਣ ਆਪਣੇ ਘਰ ਦੇ ਵਿੱਚ ਆ ਗਏ। ਜਗਤ ਕਾਜ ਹਿਰਦਾ ਬਿਰਮਾਇਓ, ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਦੁਨਿਆਵੀ ਕਾਰੋਬਾਰਾਂ ਵਿੱਚ ਆਪਣੇ ਆਪ ਨੂੰ ਪਰਚ ਗਏ ਵੀ ਆਪਣਾ ਧਿਆਨ ਦੁਨਿਆਵੀ ਕਾਰੋਬਾਰਾਂ ਵਿੱਚ ਲਗਾ ਲਿਆ, ਕਿਉਂਕਿ ਮਨ ਦੇ ਵਿੱਚ ਅਨੁਮਾਨ ਲਗਾਈ ਬੈਠੇ ਸੀ ਨਾ ਵੀ ਹੁਣ ਮੇਰੇ ਘਰ ਦੇ ਵਿੱਚ ਜਿਹੜੀ ਧਨ ਦੀ ਹੈ, ਦੌਲਤ ਦੀ ਜਿਹੜੀ ਹੁਣ ਤੰਗੀ ਆਣੀ ਸ਼ੁਰੂ ਹੋ ਜਾਵੇਗੀ, ਬਹੁਤ ਨੁਕਸਾਨ ਹੋਵੇਗਾ। ਇਸ ਤਰ੍ਹਾਂ ਉਹਨਾਂ ਦੇ ਆਪਣੇ ਮਨ ਦੇ ਵਿੱਚ ਅਨੁਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ। ਕਿਸ ਤਰ੍ਹਾਂ ਮਹਿਤਾ ਕਾਲੂ ਦਾਸ ਜੀ ਪੰਡਿਤ ਹਰਦਿਆਲ ਦੇ ਕੋਲ ਜਾਂਦੇ ਨੇ, ਪੰਡਿਤ ਹਰਦਿਆਲ ਜੀ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਵੀ ਤੁਹਾਡੀ ਜੋਤਿਸ਼ ਵਿੱਦਿਆ ਫੇਲ ਹੋ ਗਈ। ਉਹ ਸਾਰਾ ਦਾ ਸਾਰਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਤੱਕ ਸਰਵਣ ਕੀਤਾ। ਅਗਲੇਰਾ ਜੋ ਪ੍ਰਸੰਗ ਹੈ, ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਕੀ ਦੇ ਬਾਲ ਜੀਵਨ ਦੇ ਵਿੱਚ ਜੋ ਕੁਝ ਵਾਪਰਦਾ ਹੈ, ਉਹ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਾਂਝ ਪਾਵਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।